ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਇੱਕ ਵਿਗਿਆਨ ਦਾ ਲੌਜਿਕ ਹੈ ਉਹ ਇਹ ਹੈਗਾ ਕਿ ਅਗਰ ਪਾਣੀ ਨੂੰ ਅਸੀਂ ਗਰਮ ਕਰੀਏ ਤੇ ਇਸ ਤਰ੍ਹਾਂ ਪਾਣੀ ਨੂੰ ਗਰਮ ਕਰਦੇ ਕਰਦੇ ਪਾਣੀ ਤਦ ਤੱਕ ਭਾਫ਼ ਨਹੀਂ ਬਣਦਾ ਜਦ ਤੱਕ ਉਹਦਾ ਟੈਂਪਰੇਚਰ 100 ਡਿਗਰੀ ਤੱਕ ਨਹੀਂ ਪਹੁੰਚ ਜਾਂਦਾ। ਅਗਰ 100 ਡਿਗਰੀ ਤੋਂ ਹੇਠਾਂ ਚਾਹੇ 99 ਡਿਗਰੀ ਟੈਂਪਰੇਚਰ ਹੋ ਜਾਵੇ, ਪਾਣੀ ਕਦੀ ਭਾਫ਼ ਨਹੀਂ ਬਣਦਾ। ਪਾਣੀ ਭਾਫ਼ ਉਦੋਂ ਹੀ ਬਣਦਾ ਹੈਗਾ ਜਦੋਂ ਉਹਦਾ ਟੈਂਪਰੇਚਰ 100 ਤੱਕ ਹੋਵੇ। ਇਸੇ ਤਰ੍ਹਾਂ ਸੰਸਾਰ ਦੇ ਅੰਦਰ ਮਹਾਤਮਾ ਹੁੰਦੇ ਆ। ਇਹ ਜਿਹੜੇ ਮਹਾਤਮਾ ਹੁੰਦੇ ਆ, ਅੱਵਲ ਤਾਂ ਜਿਹੜੇ ਅਸਲੀ ਮਹਾਤਮਾ ਹੁੰਦੇ ਆ ਉਹ ਦੁਨੀਆ ਤੋਂ ਅਛੋਭਲੇ ਰਹਿੰਦੇ ਆ। ਜਿਉਂ ਕਹਿ ਲਓ ਕਿ ਇਹੋ ਜਿਹੜੇ ਮਹਾਤਮਾ ਹੁੰਦੇ ਆ ਉਹ ਉਸ ਘੜੇ ਦੀ ਨਿਆਈ ਹੁੰਦੇ ਆ ਜਿਹੜਾ ਘੜਾ ਜਲ ਦੇ ਨਾਲ ਪੂਰੀ ਤਰ੍ਹਾਂ ਭਰਿਆ ਹੁੰਦਾ ਹੈ। ਔਰ ਜਿਹੜਾ ਘੜਾ ਜਲ ਦੇ ਵਿੱਚ ਪੂਰੀ ਤਰ੍ਹਾਂ ਭਰਿਆ ਹੁੰਦਾ ਉਹੀ ਘੜਾ ਪਾਣੀ ਦੇ ਵਿੱਚ ਡੁੱਬ ਜਾਂਦਾ ਹੈਗਾ। ਅਤੇ ਦੂਸਰੀ ਗੱਲ ਹੈ ਕਿ ਜਿਹੜਾ ਜਲ ਦੇ ਨਾਲ ਭਰਿਆ ਘੜਾ ਹੋਵੇ, ਅਗਰ ਉਸ ਨੂੰ ਟਣਕਾਈਏ ਤਾਂ ਉਹਦੇ ਵਿੱਚੋਂ ਆਵਾਜ਼ ਨਹੀਂ ਨਿਕਲਦੀ। ਪਰ ਦੂਸਰਾ ਜਿਹੜਾ ਖਾਲੀ ਘੜਾ ਹੁੰਦਾ ਹੈ ਉਹ ਪਾਣੀ ਦੇ ਉੱਤੇ ਤਰਦਾ ਰਹਿੰਦਾ ਹੈਗਾ, ਅਤੇ ਅਗਰ ਉਸ ਨੂੰ ਟਣਕਾਈਏ ਤਾਂ ਉਹਦੇ ਵਿੱਚੋਂ ਆਵਾਜ਼ ਵੀ ਨਿਕਲਦੀ ਆ। ਸੋ ਕਹਿਣ ਤੋਂ ਭਾਵ ਇਹ ਆ ਕਿ ਜਿਹੜੇ ਅਸਲੀ ਸੰਤ ਮਹਾਂਪੁਰਖ ਹੁੰਦੇ ਆ ਦੁਨੀਆ ਤੋਂ ਅਛੋਭਲੇ ਰਹਿੰਦੇ ਆ, ਦੁਨੀਆ ਤੋਂ ਛਿਪ ਕੇ ਰਹਿੰਦੇ ਆ। ਅਤੇ ਜਿਹੜੇ ਦੂਸਰੇ ਮਹਾਤਮਾ ਹੁੰਦੇ ਆ, ਜਿਹੜੇ ਕੇਵਲ ਅਤੇ ਕੇਵਲ ਨਾਮ ਕਰਕੇ ਮਹਾਤਮਾ ਹੁੰਦੇ ਆ, ਉਹ ਖਾਲੀ ਘੜੇ ਦੀ ਨਿਆਈ ਹੁੰਦੇ ਆ। ਅਤੇ ਸੰਸਾਰੀ ਲੋਕ ਇਹਨਾਂ ਖਾਲੀ ਘੜਿਆਂ ਨੂੰ ਹੀ ਮੱਥੇ ਟੇਕਦੇ ਹੋਏ ਆਪਣੀ ਜਿਹੜੀਆਂ ਅਰਦਾਸਾਂ ਜਾਂ ਪ੍ਰੇਰਨਾ ਉਹਨਾਂ ਤੋਂ ਲੈਂਦੇ ਰਹਿੰਦੇ ਆ। ਇਸ ਕਰਕੇ ਸੰਸਾਰੀ ਲੋਕਾਂ ਦੀਆਂ ਜਿਹੜੀਆਂ ਭਾਵਨਾ ਹੈਗੀਆਂ ਸਮਾਂ ਪਾ ਕੇ ਸੱਟ ਖਾ ਜਾਂਦੀਆਂ, ਕਿਉਂਕਿ ਅਸਲੀ ਮਹਾਤਮਾ ਜਿਹੜੇ ਹੁੰਦੇ ਆ ਉਹ ਅਸੰਭਵ ਕੰਮ ਨੂੰ ਵੀ ਅਸੰਭਵ ਕਰ ਦਿੰਦੇ ਆ। ਪਰ ਉਹਦੇ ਵਿੱਚ ਉਹ ਇਹ ਦੇਖਦੇ ਆ ਕਿ ਜਿਸ ਸ਼ਖਸ ਦਾ ਕਾਰਜ ਸੰਭਵ ਹੈ, ਲੇਕਿਨ ਉਹਦੇ ਅੰਦਰ ਅਗਰ ਸ਼ਰਧਾ, ਭਾਵਨਾ, ਪ੍ਰੇਮ ਕਿਸੇ ਐਸੀ ਅਵਸਥਾ ਦੇ ਵਿੱਚ ਪਹੁੰਚ ਜਾਵੇ ਜਿਸ ਅਵਸਥਾ ਨੂੰ ਅਸੀਂ ਸਿਦਕ ਆਖਦੇ ਹਾਂ, ਤਾਂ ਫਿਰ ਸਿਦਕ ਦੇ ਵਿਹੜੇ ਹੀ ਪਾਰ ਹੁੰਦੇ ਆ। ਜਿਵੇਂ ਪਾਣੀ ਹੈਗਾ, ਅਗਰ ਉਸ ਨੂੰ ਉਬਾਲਦੇ ਜਾਈਏ ਜਦ ਤੱਕ ਉਹ 100 ਡਿਗਰੀ ਟੈਂਪਰੇਚਰ ਤੱਕ ਨਾ ਪਹੁੰਚੇ ਤਾਂ ਉਹਦੀ ਭਾਫ਼ ਨਹੀਂ ਬਣਦੀ। ਇਸੇ ਤਰ੍ਹਾਂ ਸ਼ਰਧਾ, ਪ੍ਰੇਮ, ਭਾਵਨਾ ਜਦ ਤੱਕ ਉੱਚ ਅਵਸਥਾ ਦੇ ਵਿੱਚ ਨਾ ਪਹੁੰਚੇ, ਜਿਸ ਅਵਸਥਾ ਨੂੰ ਅਸੀਂ ਸਿਦਕ ਆਖਦੇ ਹਾਂ, ਤਦ ਤੱਕ ਅਸੰਭਵ ਕੰਮ ਵੀ ਜਿਹੜਾ ਨਾ ਉਹ ਸੰਭਵ ਨਹੀਂ ਹੋ ਸਕਦਾ। ਸੋ ਕਹਿਣ ਤੋਂ ਭਾਵ ਹੈ ਇਹ ਮਹਾਂਪੁਰਖ ਜਿਹੜੇ ਹੈਗੇ ਆ ਇਹ ਉਸ ਜਗਿਆਸੂ ਦੇ ਅੰਤਰ ਕਰਮ ਦੇ ਵਿੱਚ ਸਭ ਕੁਝ ਜਾਣ ਜਾਂਦੇ ਆ, ਅਤੇ ਉਹਨਾਂ ਦੇ ਜਿਹੜੇ ਫਿਰ ਅਸੰਭਵ ਕੰਮ ਹਨ ਉਸ ਨੂੰ ਵੀ ਫਿਰ ਸੰਭਵ ਕਰ ਦਿੰਦੇ। ਜਿਵੇਂ ਇੱਕ ਬਹੁਤ ਹੀ ਵਿਚਿੱਤਰ ਘਟਨਾ ਦਾ ਵਰਣਨ ਦਾ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਉਹਦੇ ਵਿੱਚ ਦੱਸਦੇ ਆ ਕਿ ਇੱਕ ਮਹਾਤਮਾ ਸੀਗੇ। ਇਹ ਜਿਹੜੇ ਮਹਾਤਮਾ ਸੀਗੇ ਇੱਕ ਨਗਰ ਤੋਂ ਬਾਹਰ ਰਹਿੰਦੇ ਸੀਗੇ, ਲੇਕਿਨ ਇਹਨਾਂ ਮਹਾਤਮਾ ਨੇ ਜਿਸ ਜਗ੍ਹਾ ਆਪਣਾ ਸਥਾਨ ਬਣਾਇਆ ਹੁੰਦਾ ਸੀ ਉਹ ਅਸਥਾਨ ਛੋਟਾ ਜਿਹਾ ਆਸ਼ਰਮ ਦੇ ਰੂਪ ਦੇ ਵਿੱਚ ਸੀਗਾ। ਇੱਕ ਪੁਰਾਣੀ ਕੱਖਾਂ ਕਾਨਿਆਂ ਦੀ ਝੌਂਪੜੀ ਹੁੰਦੀ ਸੀ, ਉਸ ਤੋਂ ਜ਼ਿਆਦਾ ਕੁਛ ਨਹੀਂ ਸੀ ਹੁੰਦਾ। ਅਤੇ ਇਹਨਾਂ ਮਹਾਤਮਾ ਦੇ ਪਾਸ ਇੱਕ ਦੋ ਜਿਹੜੇ ਸੇਵਕ ਸੀਗੇ ਉਹ ਇਹਨਾਂ ਦੇ ਨਾਲ ਰਹਿੰਦੇ ਹੁੰਦੇ ਸੀ। ਸੋ ਇਹਨਾਂ ਮਹਾਤਮਾ ਨੇ ਵੀ ਇੱਕ ਨਿਯਮ ਬਣਾਇਆ ਹੁੰਦਾ ਸੀਗਾ ਕਿ ਅਗਰ ਕਿਸੇ ਨੇ ਦਰਸ਼ਨ ਕਰਨੇ ਹੋਣ ਤਾਂ ਖਾਸ ਕਰਕੇ ਮਰਦਾਂ ਨੇ ਦਰਸ਼ਨ ਕਰਨੇ ਹੋਣ ਤਾਂ ਉਹ ਸਿੱਧੇ ਆ ਸਕਦੇ ਆ। ਅਗਰ ਕਿਸੇ ਔਰਤ ਜਾਂ ਲੇਡੀ ਨੇ ਦਰਸ਼ਨ ਕਰਨੇ ਹੋਣ ਤਾਂ ਉਹਦੇ ਵਾਸਤੇ ਮਹਾਂਪੁਰਖਾਂ ਦਾ ਇਹ ਜਿਹੜਾ ਸੀਗਾ ਨਿਯਮ ਸੀਗਾ ਕਿ ਕੋਈ ਵੀ ਔਰਤ ਜਿਹੜੀ ਆ ਉਹ ਬਿਨਾਂ ਕਿਸੇ ਮਰਦ ਤੋਂ ਆਪਣੇ ਭੈਣ ਭਰਾ ਚਾਹੇ ਕਿਉਂ ਨਾ ਹੋਵੇ ਉਹ ਤੋਂ ਬਗੈਰ ਆਸ਼ਰਮ ਦੇ ਅੰਦਰ ਪ੍ਰਵੇਸ਼ ਨਹੀਂ ਕਰ ਸਕਦੀ। ਇਸ ਕਰਕੇ ਇਕੱਲੀ ਔਰਤ ਨੂੰ ਮਹਾਂਪੁਰਖ ਦਰਸ਼ਨ ਨਹੀਂ ਸੀ ਦਿੰਦੇ। ਅਤੇ ਦੂਸਰੀ ਗੱਲ ਇਹ ਸੀ ਕਿ ਜਿਹੜੇ ਮਹਾਂਪੁਰਖ ਸੀਗੇ ਆਪਣੇ ਆਸ਼ਰਮ ਵਿੱਚੋਂ ਬਹੁਤ ਘੱਟ ਨਿਕਲਦੇ ਹੁੰਦੇ ਸੀਗੇ ਅਤੇ ਹਮੇਸ਼ਾ ਆਪਣੇ ਭਜਨ ਸਿਮਰਨ ਦੇ ਵਿੱਚ ਲੀਨ ਰਹਿੰਦੇ ਹੁੰਦੇ ਸੀ। ਅਤੇ ਦੱਸਦੇ ਕਿ ਉਸੇ ਇਲਾਕੇ ਦੇ ਵਿੱਚ ਇੱਕ ਮਾਈ ਸੀਗੀ। ਉਹ ਜਿਹੜੀ ਮਾਈ ਸੀ ਨਾ, ਇੱਕ ਵਾਰ ਰੋਂਦੀ ਹੋਈ ਉਹਨਾਂ ਮਹਾਂਪੁਰਖਾਂ ਦੇ ਉਸ ਆਸ਼ਰਮ ਵੱਲ ਗਈ ਜਿਸ ਆਸ਼ਰਮ 'ਤੇ ਜਿਹੜੇ ਮਹਾਤਮਾ ਸੀਗੇ ਆਪਣੇ ਭਜਨ ਸਿਮਰਨ ਦੇ ਵਿੱਚ ਲੀਨ ਸੀਗੇ। ਜਦ ਲੀਨ ਸੀਗੇ ਇਹ ਜਿਹੜੀ ਮਾਈ ਸੀ ਉੱਥੇ ਜਾ ਕੇ ਉੱਚੀ ਉੱਚੀ ਰੋਣ ਲੱਗ ਪਈ। ਜਦ ਰੋਣ ਲੱਗ ਪਈ ਉਹਦੀ ਜਿਹੜੀ ਆਵਾਜ਼ ਸੀਗੀ ਅੰਮ੍ਰਿਤ ਵੇਲੇ ਉਹ ਅੰਦਰ ਮਹਾਤਮਾ ਤੱਕ ਪਹੁੰਚ ਰਹੀ ਸੀ। ਜਦ ਆਵਾਜ਼ ਪਹੁੰਚ ਰਹੀ ਸੀ, ਹੁਣ ਮਹਾਂਪੁਰਖ ਜਿਹੜੇ ਸੀ ਅੰਮ੍ਰਿਤ ਵੇਲੇ ਭਜਨ ਸਿਮਰਨ ਸਾਧਨਾ ਕਰਦੇ ਸੀਗੇ, ਅਤੇ ਫਿਰ ਇਸ ਕਰਕੇ ਬਾਹਰੋਂ ਆਵਾਜ਼ ਆਉਣ ਨਾਲ ਉਹਨਾਂ ਦੇ ਭਜਨ ਦੇ ਵਿੱਚ ਖਲੜ ਪੈਂਦਾ ਸੀਗਾ। ਫਿਰ ਉਹਨਾਂ ਮਹਾਂਪੁਰਖਾਂ ਨੇ ਉਸੇ ਟਾਈਮ ਆਪਣੇ ਸੇਵਾਦਾਰ ਨੂੰ ਆਵਾਜ਼ ਮਾਰੀ ਅਤੇ ਆਵਾਜ਼ ਮਾਰ ਕੇ ਕਿਹਾ ਕਿ ਬਾਹਰ ਜਾ ਕੇ ਪਤਾ ਕਰੋ ਕਿ ਇਹ ਬਾਹਰ ਕੌਣ ਰੋ ਰਿਹਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਉਹਦੇ ਜਿਹੜੇ ਸੇਵਾਦਾਰ ਸੀ ਜਦ ਬਾਹਰ ਗਏ ਉਹਨੇ ਕੀ ਦੇਖਿਆ ਕਿ ਇੱਕ ਮਾਈ ਰੋ ਰਹੀ ਆ। ਉਹਨਾਂ ਨੇ ਆ ਕੇ ਮਹਾਤਮਾ ਨੂੰ ਦੱਸਿਆ ਕਿ ਇੱਕ ਕੋਈ ਮਾਈ ਹੈਗੀ ਆ ਉਹ ਰੋ ਰਹੀ ਆ। ਅਤੇ ਮਹਾਂਪੁਰਖ ਕਹਿੰਦੇ ਵੀ ਉਹ ਮਾਈ ਦੇ ਨਾਲ ਕੌਣ ਆਇਆ ਹੈਗਾ। ਤਾਂ ਸੇਵਾਦਾਰ ਕਹਿਣ ਲੱਗੇ ਜੋ ਮਾਈ ਇਕੱਲੀ ਹੈਗੀ ਆ ਅਤੇ ਉਹਦੇ ਨਾਲ ਕੋਈ ਉਹਦਾ ਭੈਣ ਭਰਾ ਜਾਂ ਕੋਈ ਰਿਸ਼ਤੇਦਾਰ ਜਾਂ ਹੋਰ ਅੰਗ ਸੰਗੀ ਨਹੀਂ ਹੈਗਾ। ਅਤੇ ਕਾਨੂੰਨ ਦੇ ਅਨੁਸਾਰ ਕੋਈ ਵੀ ਮਾਈ ਜਿਹੜੀ ਹੈ ਬਿਨਾਂ ਮਰਦ ਤੋਂ ਇਸ ਆਸ਼ਰਮ ਦੇ ਵਿੱਚ ਆ ਨਹੀਂ ਸਕਦੀ।
ਸੋ ਮਹਾਂਪੁਰਖ ਕਹਿਣ ਲੱਗੇ ਵੀ ਚੱਲ ਠੀਕ ਆ, ਪਰ ਉਸ ਮਾਈ ਨੇ ਕਹੋ ਵੀ ਤੂੰ ਰੋਣਾ ਬੰਦ ਕਰ, ਤੂੰ ਕਾਹਤੇ ਸਵੇਰੇ ਸਵੇਰੇ ਨਾ ਰੋਂਦੀ ਆ। ਉਹ ਸੇਵਾਦਾਰ ਫਿਰ ਗਏ ਉਸ ਮਾਈ ਨੂੰ, ਕਹਿੰਦੇ ਮਾਈ ਵੀ ਮਹਾਂਪੁਰਖ ਕਹਿੰਦੇ ਆ ਵੀ ਤੂੰ ਸਵੇਰੇ ਸਵੇਰੇ ਆ ਕੇ ਉੱਚੀ ਉੱਚੀ ਰੋਣ ਲੱਗ ਪਈ ਆ, ਤੂੰ ਇਹ ਰੋਣਾ ਧੋਣਾ ਬੰਦ ਕਰ ਦੇ, ਕਿਉਂਕਿ ਮਹਾਂਪੁਰਖ ਇਸ ਵੇਲੇ ਭਜਨ ਸਿਮਰਨ ਦੇ ਵਿੱਚ ਬੈਠੇ ਹੁੰਦੇ ਆ। ਜਦ ਇੰਨੀ ਗੱਲ ਹੈ ਤਾਂ ਮਾਈ ਕਹਿੰਦੀ ਵੀ ਜੇ ਮੈਂ ਰੋਵਾਂ ਨਾ ਤਾਂ ਹੋਰ ਕੀ ਕਰਾਂ। ਤਾਂ ਫਿਰ ਉਹ ਸੇਵਾਦਾਰ ਕਹਿਣ ਲੱਗੇ ਵੀ ਗੱਲ ਦੱਸ, ਤੂੰ ਰੋਂਦੀ ਕਾਹਤੇ ਹੋ। ਮਾਈ ਕਹਿਣ ਲੱਗੀ ਕਿ ਮੈਂ ਇਹ ਗੱਲ ਕੇਵਲ ਤੇ ਕੇਵਲ ਤੁਹਾਡੇ ਮਹਾਤਮਾ ਨੂੰ ਹੀ ਦੱਸਣੀ ਆ, ਮੈਂ ਹੋਰ ਕਿਸੇ ਨਾਲ ਗੱਲ ਸਾਂਝੀ ਨਹੀਂ ਕਰ ਸਕਦੀ। ਇਸ ਕਰਕੇ ਤੁਸੀਂ ਮੇਰੀ ਬੇਨਤੀ ਕਰੋ ਮਹਾਂਪੁਰਖਾਂ ਦੇ ਅੱਗੇ ਕਿ ਉਹ ਬਾਹਰ ਆਉਣ ਅਤੇ ਮੇਰੀ ਗੱਲ ਸੁਣ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਉਹਨਾਂ ਸੇਵਾਦਾਰਾਂ ਨੇ ਮਹਾਂਪੁਰਖਾਂ ਨੂੰ ਦੱਸਿਆ ਕਿ ਮਹਾਂਪੁਰਖ ਜਿਹੜੀ ਮਾਈ ਹੈ ਨਾ ਸਾਨੂੰ ਆਹ ਕਹਿੰਦੀ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਦੇਖੋ ਮਹਾਂਪੁਰਖ ਜਿਹੜੇ ਹੁੰਦੇ ਉਹ ਦਇਆ ਦੇ ਸਮੁੰਦਰ ਹੁੰਦੇ ਆ। ਮਨ 'ਚ ਵਿਚਾਰ ਕੀਤੀ ਵੀ ਕੋਈ ਨਾ ਕੋਈ ਐਸੀ ਤਕਲੀਫ ਹੋਊਗੀ ਜਿਸ ਕਰਕੇ ਮਾਈ ਇਕੱਲੀ ਆਈ ਅਤੇ ਰੋ ਰਹੀ ਆ। ਸੋ ਮਹਾਂਪੁਰਖ ਉਸ ਮਾਈ ਦਾ ਦਰਦ ਵਡਾਉਣ ਵਾਸਤੇ ਜਦ ਬਾਹਰ ਗਏ, ਉਹ ਮਾਈ ਨੇ ਜਦ ਦੇਖਿਆ ਕਿ ਮਹਾਤਮਾ ਬਾਹਰ ਆਏ ਆ, ਉਹ ਮਾਈ ਦੌੜ ਕੇ ਜਾ ਕੇ ਮਹਾਂਪੁਰਖਾਂ ਦੇ ਚਰਨਾਂ 'ਤੇ ਜਾ ਕੇ ਉੱਚੀ ਉੱਚੀ ਰੋਣ ਲੱਗ ਪਈ। ਜਦ ਰੋਣ ਲੱਗ ਪਈ ਤਾਂ ਨਾਲ ਹੀ ਮਹਾਂਪੁਰਖਾਂ ਦੇ ਚਰਨ ਜਿਹੜੇ ਸੀ ਉਹਨੇ ਜ਼ੋਰ ਨਾਲ ਫੜ ਲਏ ਅਤੇ ਮਹਾਂਪੁਰਖ ਉਸ ਤੋਂ ਆਪਣੇ ਚਰਨ ਛਡਾਉਣੋਂ ਮਾਈ ਛੱਡੇ ਨਾ। ਮਹਾਂਪੁਰਖ ਕਹਿਣ ਲੱਗੇ ਕਿ ਬੀਬਾ ਗੱਲ ਕੀ ਆ, ਤੂੰ ਮੇਰੇ ਚਰਨ ਛੱਡ, ਨਾਲੇ ਤੂੰ ਦੱਸ ਵੀ ਤੂੰ ਰੋਂਦੀ ਕਿਉਂ ਆ। ਉਹ ਮਾਈ ਕਹਿਣ ਲੱਗੀ ਕਿ ਮਹਾਂਪੁਰਖੋ ਮੈਂ ਰੋਵਾਂ ਨਾ ਤਾਂ ਕੀ ਕਰਾਂ, ਮੈਂ ਚਰਨ ਤਦ ਤੱਕ ਨਹੀਂ ਛੱਡਣੇ ਜਦ ਤੱਕ ਤੁਸੀਂ ਮੇਰੀ ਗੱਲ ਨਹੀਂ ਮੰਨੋਗੇ। ਜਦ ਇੰਨੀ ਗੱਲ ਹੋਈ ਤਾਂ ਮਹਾਤਮਾ ਕਹਿਣ ਲੱਗੇ ਵੀ ਤੇਰੀ ਕਿਹੜੀ ਗੱਲ ਹੈਗੀ। ਅਤੇ ਫਿਰ ਉਹ ਮਾਈ ਨੇ ਦੱਸਿਆ ਸੀ ਮਹਾਂਪੁਰਖਾਂ ਨੂੰ ਕਿ ਦੇਖੋ ਮੈਂ ਬਾਲ ਬੱਚੇਦਾਰ ਵਾਲੀ ਇਸਤਰੀ ਹੈਗੀ ਹਾਂ ਅਤੇ ਮੇਰਾ ਜਿਹੜਾ ਘਰ ਵਾਲਾ ਹੈਗਾ ਉਹ ਰਾਤ ਦਾ ਸੁਰਗ ਸੁਧਾਰ ਗਿਆ ਹੈਗਾ, ਅਕਾਲ ਚਲਾਣਾ ਕਰ ਗਿਆ ਹੈ। ਹੁਣ ਦੇਖੋ ਮੇਰੇ ਬਾਲ ਬੱਚੇ ਆ, ਹੁਣ ਘਰ ਦਾ ਗੁਜ਼ਾਰਾ ਕਿਵੇਂ ਹੋਊਗਾ। ਅਤੇ ਜਦ ਇਹ ਜਿਹੜਾ ਸੀਗਾ ਸੁਨੇਹਾ ਉਸ ਮਾਈ ਨੇ ਮਹਾਂਪੁਰਖਾਂ ਨੂੰ ਦੱਸਿਆ ਅਤੇ ਮਹਾਂਪੁਰਖ ਕਹਿਣ ਲੱਗੇ ਵੀ ਬੀਬਾ ਗਾ ਵੀ ਤੇਰੇ ਘਰ ਵਾਲਾ ਚਲਾਣਾ ਕਰ ਗਿਆ, ਸਾਨੂੰ ਇਸ ਗੱਲ ਦਾ ਦੁੱਖ ਹੈਗਾ। ਪਰ ਉਹ ਮਾਈ ਕਹਿਣ ਲੱਗੀ ਵੀ ਦੁੱਖ ਤਾਂ ਠੀਕ ਹੈਗਾ, ਪਰ ਤੁਸੀਂ ਮਹਾਂਪੁਰਖ ਸੰਤਵਾਂ, ਦੁੱਖ ਵਡਾਉਣਾ ਤੁਹਾਡਾ ਹੀ ਕੰਮ ਹੈਗਾ। ਅਤੇ ਮਹਾਂਪੁਰਖ ਕਹਿਣ ਲੱਗੇ ਵੀ ਦੱਸ ਅਸੀਂ ਤੇਰੀ ਕੀ ਸੇਵਾ ਕਰੀਏ। ਉਹ ਮਾਈ ਕਹਿਣ ਲੱਗੀ ਮਹਾਰਾਜ ਜਿਹੜੀ ਸੇਵਾ ਤੁਸੀਂ ਕਰ ਸਕਦੇ ਹੋ ਸੰਸਾਰ ਦਾ ਕੋਈ ਪ੍ਰਾਣੀ ਨਹੀਂ ਕਰ ਸਕਦਾ। ਬਾਬਾ ਜੀ ਕਹਿਣ ਲੱਗੇ ਵੀ ਤੂੰ ਬੁਝਾਰਤਾਂ ਨਾ ਪਰ ਸੱਚ ਦੱਸ ਤੂੰ ਕੀ ਚਾਹੁੰਦੀ ਆ। ਜਦ ਇੰਨੀ ਗੱਲ ਉਹ ਮਾਈ ਕਹਿਣ ਲੱਗੀ ਕਿ ਤੁਸੀਂ ਮੇਰੇ ਘਰ ਵਾਲੇ ਨੂੰ ਜ਼ਿੰਦਾ ਕਰੋ। ਜਦ ਇੰਨੀ ਗੱਲ ਹੋਈ ਜਿਹੜੇ ਨਾਲ ਦੇ ਸੇਵਾਦਾਰ ਸੀ ਉਹ ਹੈਰਾਨ ਰਹਿ ਗਏ ਵੀ ਇਹ ਮਾਈ ਪਹਿਲੀ ਆ ਜਿਹੜੇ ਆਪਣੇ ਮਰੇ ਹੋਏ ਘਰ ਵਾਲੇ ਨੂੰ ਜ਼ਿੰਦਾ ਕਰਾਉਣ ਵਾਸਤੇ ਮਹਾਂਪੁਰਖਾਂ ਦੇ ਪਾਸ ਆਈ। ਉਹ ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਮਹਾਂਪੁਰਖ ਕਹਿਣ ਲੱਗੇ ਮਾਈ ਵੀ ਤੇਰੇ ਘਰ ਵਾਲਾ ਜਿਹੜਾ ਹੈਗਾ ਉਹ ਗੁਜ਼ਰ ਚੁੱਕਾ ਹੈਗਾ, ਅਸੀਂ ਉਸ ਨੂੰ ਕਿਵੇਂ ਜ਼ਿੰਦਾ ਕਰ ਸਕਦੇ ਹਾਂ। ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਮਾਈ ਕਹਿਣ ਲੱਗੀ ਕਿ ਮਹਾਂਪੁਰਖੋ ਮੈਂ ਕੁਛ ਨਹੀਂ ਜਾਣਦੀ ਹੈਗੀ ਆ, ਮੈਂ ਤਾਂ ਇੰਨਾ ਹੀ ਜਾਣਦੀ ਹਾਂ ਕਿ ਜਿਹੜਾ ਸਾਧ ਹੁੰਦਾ ਹੈਗਾ ਉਹ ਸਾਧ ਤਾਂ ਅਸੰਭਵ ਕੰਮ ਨੂੰ ਵੀ ਅਸੰਭਵ ਕਰ ਦਿੰਦਾ ਹੈਗਾ। ਇਸੇ ਕਰਕੇ ਮੈਂ ਆਪ ਜੀ ਦੇ ਚਰਨਾਂ 'ਚ ਆਈ ਹਾਂ ਕਿਉਂਕਿ ਮੇਰੀ ਸ਼ਰਧਾ ਕੇਵਲ ਅਤੇ ਕੇਵਲ ਆਪ ਜੀ ਦੇ ਚਰਨਾਂ ਦੇ ਨਾਲ ਹੀ ਜੁੜੀ ਆ। ਅਤੇ ਮੈਂ ਗੁਰਬਾਣੀ 'ਚ ਇਹ ਵੀ ਸੁਣਿਆ ਕਿ ਸਾਧ ਕੀ ਮਹਿਮਾ ਵੇਦ ਨੇ ਜਾਣੀ, ਜੇਤਾ ਸੁਣੇ ਤੇਥਾ ਬਖਿਆਨੇ। ਇਸ ਕਰਕੇ ਸੰਸਾਰ ਦੇ ਲੋਕਾਂ ਆਲੇ ਦੁਆਲੇ ਪਿੰਡਾਂ 'ਤੇ ਤੁਹਾਨੂੰ ਸਾਧੂ ਸੰਤ ਕਹਿੰਦੇ ਆ ਅਤੇ ਮੈਂ ਇਸੇ ਕਰਕੇ ਨੱਠੀ ਆਈ ਹਾਂ ਵੀ ਇਹ ਕੰਮ ਤੁਸੀਂ ਕਰ ਸਕਦੇ ਆ। ਜਦ ਇੰਨੀ ਗੱਲ ਹੋਈ ਉਹ ਮਾਈ ਨੇ ਬਹੁਤ ਅੰਦਰ ਭਿੱਜ ਕੇ ਮਹਾਂਪੁਰਖਾਂ ਦੇ ਨਾਲ ਜਦ ਇਹ ਜਿਹੜੀ ਬਚਨ ਸੀਗੇ ਸਾਂਝੇ ਕੀਤੇ, ਉਹ ਮਹਾਂਪੁਰਖਾਂ ਨੇ ਮਾਈ ਵੱਲ ਇੱਕ ਨਜ਼ਰ ਚੱਕ ਕੇ ਦੇਖਿਆ। ਜਦ ਦੇਖਿਆ ਜਿਵੇਂ ਜਿਹੜੇ ਮਹਾਤਮਾ ਹੁੰਦੇ ਅੰਤਰਜਾਮੀ ਆ ਅਤੇ ਜਿੱਧਰ ਵੀ ਨਜ਼ਰ ਮਾਰਦੇ ਸ਼ੀਸ਼ੇ ਦੀ ਨਹੀਂ ਹਰੇਕ ਚੀਜ਼ ਉਹਦੇ ਵਿੱਚੋਂ ਪ੍ਰਤੱਖ ਪ੍ਰਗਟ ਉਹਨਾਂ ਨੂੰ ਭਾਸਦੀ ਆ। ਉਹਨਾਂ ਮਹਾਂਪੁਰਖਾਂ ਨੇ ਦੇਖਿਆ ਕਿ ਇਸ ਮਾਈ ਦੇ ਅੰਦਰ ਜਿਹੜੀ ਸ਼ਰਧਾ ਹੈਗੀ ਆ, ਪ੍ਰੇਮ ਭਾਵਨਾ ਹੈਗੀ ਆ, ਇਹ ਸਦਕ ਦਾ ਰੂਪ ਧਾਰਨ ਕਰ ਚੁੱਕੀ ਆ। ਜਿਵੇਂ ਪਾਣੀ ਜਿਹੜਾ ਹੈਗਾ ਉਹ 100 ਡਿਗਰੀ 'ਤੇ ਭਾਫ ਬਣਦਾ ਹੈਗਾ ਅਤੇ ਉੱਡਦਾ ਹੈਗਾ, ਇਹ ਮਾਈ ਦੀ ਜਿਹੜੀ ਆ ਪ੍ਰੇਮ ਭਾਵਨਾ ਸ਼ਰਧਾ ਜਿਹੜੀ ਆ ਉਹ 100 ਡਿਗਰੀ ਨੂੰ ਲੰਘ ਗਈ ਆ। ਅਤੇ ਇਹ ਮਾਈ ਦੇ ਅੰਦਰ ਵੀ ਇਹ ਪੂਰਾ ਦ੍ਰਿੜ ਵਿਸ਼ਵਾਸ ਬਣ ਗਿਆ ਹੈਗਾ ਕਿ ਮਹਾਤਮਾ ਕੁਛ ਵੀ ਕਰ ਸਕਦੇ। ਜਦ ਇੰਨੀ ਗੱਲ ਹੋਈ ਤਾਂ ਫਿਰ ਦੇਖੋ ਮਹਾਂਪੁਰਖ ਜਿਹੜੇ ਸੀਗੇ ਕਿਸੇ ਰੂਪ 'ਚ ਆਏ, ਆ ਕੇ ਮਾਈ ਨੂੰ ਕਹਿਣ ਲੱਗੇ ਚੰਗਾ ਮਾਈ ਅਗਰ ਤੇਰੀ ਇਹੀ ਭਾਵਨਾ ਹੈਗੀ ਤਾਂ ਚੱਲ ਅਸੀਂ ਤੇਰੇ ਨਾਲ ਚੱਲਦੇ ਹਾਂ। ਜਦ ਇੰਨੀ ਗੱਲ ਹੋਈ ਉਹ ਨਾਲ ਦੇ ਸੇਵਾਦਾਰ ਬੜੇ ਹੈਰਾਨ ਹੋਏ ਅਤੇ ਬਾਬਾ ਜੀ ਆਪਣੇ ਜਿਹੜੇ ਦੋ ਸੇਵਾਦਾਰ ਸੀ ਉਹਨਾਂ ਨੂੰ ਕਹਿਣ ਲੱਗੇ ਕਿ ਭਾਈ ਲਿਆ ਸਾਡਾ ਪਰਨਾ ਫੜਾ ਅਤੇ ਅਸੀਂ ਚੱਲਦੇ ਇਹਦੇ ਨਾਲ। ਜਦ ਇੰਨੀ ਗੱਲ ਹੋਈ ਸੇਵਾਦਾਰਾਂ ਨੇ ਕੀ ਕੀਤਾ, ਉਹ ਜਿਹੜਾ ਹਜੂਰੀਆ ਸੀਗਾ ਉਹ ਮਹਾਂਪੁਰਖਾਂ ਦੇ ਹੱਥ 'ਚ ਫੜਾਇਆ ਅਤੇ ਮਹਾਂਪੁਰਖਾਂ ਨੇ ਹਜੂਰੀਆ ਆਪਣੇ ਗਲ 'ਚ ਪਾਇਆ ਅਤੇ ਮਾਈ ਨੂੰ ਕਿਹਾ ਦੱਸ ਮਾਈ ਤੇਰਾ ਘਰ ਕਿੱਥੇ ਹੈਗਾ। ਜਦ ਇੰਨੀ ਗੱਲ ਹੋਈ ਮਾਈ ਦੀਆਂ ਅੱਖਾਂ 'ਚ ਐਸੀ ਚਮਕ ਆਈ, ਮਾਈ ਅੱਗੇ ਅੱਗੇ ਤੁਰ ਪਈ ਅਤੇ ਜਿਹੜੇ ਮਹਾਤਮਾ ਸੀਗੇ ਉਹਦੇ ਪਿੱਛੇ ਪਿੱਛੇ ਤੁਰ ਪਏ। ਜਦ ਪਿੱਛੇ ਪਿੱਛੇ ਤੁਰੇ ਜਦੋਂ ਉਸ ਨਗਰ ਦੇ ਵਿੱਚ ਪਹੁੰਚੇ ਅਤੇ ਸਾਰੇ ਲੋਕਾਂ ਨੇ ਦੇਖਿਆ ਵੀ ਇਹ ਮਾਈ ਦਾ ਤਾਂ ਘਰ ਵਾਲਾ ਰਾਤ ਦਾ ਮਰਿਆ ਪਿਆ ਹੈਗਾ, ਘਰ 'ਚ ਚੀਕ ਚਹਾੜਾ ਪਿਆ, ਬੱਚੇ ਰੋਂਦੇ ਆ, ਲੇਕਿਨ ਮਾਈ ਦਾ ਪਤਾ ਨਹੀਂ ਕਿ ਉਹ ਕਿੱਧਰ ਚਲੀ ਗਈ ਆ। ਅਤੇ ਲੋਕੀ ਤਾਂ ਘਰ ਦੇ ਵਿੱਚ ਇਹ ਗੱਲਾਂ ਕਰਦੇ ਸੀ, ਪਰ ਜਦੋਂ ਉਹਨਾਂ ਨੇ ਜਿਹੜੀ ਮਾਈ ਆ ਉਹ ਘਰ ਵੱਲ ਆਉਂਦੀ ਦੇਖੀ ਅਤੇ ਪਿੱਛੇ ਪਿੱਛੇ ਜਿਹੜੇ ਮਹਾਤਮਾ ਸੀਗੇ ਆਉਂਦੇ ਦੇਖੇ, ਸਾਰਿਆਂ ਦੀਆਂ ਅੱਖਾਂ ਜਿਹੜੀਆਂ ਸੀ ਉਹ ਅੱਡੀਆਂ ਰਹਿ ਗਈਆਂ ਵੀ ਮਾਈ ਕਿਹੜੇ ਸੰਤਾਂ ਨੂੰ ਲੈ ਕੇ ਆਈ ਆ।
ਖੈਰ ਜਿਉਂ-ਜਿਉਂ ਸਾਰਿਆਂ ਨੇ ਮਾਈ ਦੇ ਪਿੱਛੇ ਸੰਤਾਂ ਨੇ ਦੇਖਿਆ, ਜਿਉਂ-ਜਿਉਂ ਕਿਸੇ ਨੇ ਦੇਖਿਆ ਤਿਉਂ ਜਿਹੜੇ ਪਿੰਡ ਦੇ ਲੋਕੀ ਸੀ ਉਹ ਪਿੱਛੇ ਤੁਰ ਪਏ। ਜਦ ਪਿੱਛੇ ਤੁਰ ਪਏ ਤਾਂ ਮਾਈ ਜਿਹੜੀ ਸੀਗੀ ਜਦ ਆਪਣੇ ਘਰ ਪਹੁੰਚੀ ਆ ਅਤੇ ਘਰ ਦੇ ਵਿੱਚ ਬਹੁਤ ਸਾਰੀ ਭੀੜ ਇਕੱਠੀ ਹੋ ਗਈ। ਜਦ ਇਕੱਠੀ ਹੋ ਗਈ ਤਾਂ ਕੀ ਦੇਖਿਆ, ਜਿਹੜੇ ਬੱਚੇ ਸੀਗੇ ਉਹ ਮਾਈ ਦੇ ਉਹ ਰੋ ਕੇ ਉਹਨਾਂ ਦਾ ਬੁਰਾ ਹਾਲ ਸੀਗਾ, ਅਤੇ ਆਲੇ ਦੁਆਲੇ ਦੀਆਂ ਜਿਹੜੀਆਂ ਔਰਤਾਂ ਸੀਗੀਆਂ ਉਹ ਵੀ ਬੈਠੀਆਂ ਹੋਈਆਂ ਸੀਗੀਆਂ, ਅਤੇ ਘਰ ਦੇ ਵਿੱਚ ਬੜਾ ਸਨਾਟਾ ਪਿਆ ਹੋਇਆ ਸੀਗਾ। ਜਦ ਮਹਾਂਪੁਰਖਾਂ ਨੇ ਇੱਕ ਨਜ਼ਰ ਦੜਾਈ ਸਾਰੇ ਪਾਸੇ, ਦੜਾ ਕੇ ਫਿਰ ਸਾਰਿਆਂ ਨੂੰ ਕਹਿਣ ਲੱਗੇ, ਕਹਿੰਦੇ ਭਾਈ ਇਹ ਰੋਣਾ ਧੋਣਾ ਤੁਸੀਂ ਬੰਦ ਕਰੋ। ਜਦ ਮਹਾਂਪੁਰਖਾਂ ਨੇ ਇੰਨੀ ਗੱਲ ਕਹੀ ਤਾਂ ਸਾਰਿਆਂ ਨੇ ਜਿਹੜਾ ਰੋਣਾ ਧੋਣਾ ਬੰਦ ਕਰਤਾ। ਸਾਰੇ ਚਕਿਤ ਰਹਿ ਗਏ ਕਿ ਮਹਾਂਪੁਰਖ ਕੀ ਕਹਿ ਰਹੇ ਆ। ਅਤੇ ਮਹਾਂਪੁਰਖ ਜਿਹੜੇ ਸੀਗੇ ਉਹ ਪਿੰਡ ਦੇ ਲੋਕਾਂ ਨੂੰ ਕਹਿੰਦੇ ਭਾਈ ਇਸ ਤਰ੍ਹਾਂ ਕਰੋ, ਜਿਹੜਾ ਘਰ ਦਾ ਮੇਨ ਦਰਵਾਜ਼ਾ ਹੈ ਨਾ ਅੰਦਰੋਂ ਬੰਦ ਕਰ ਦਿਓ, ਤਾਂ ਜੋ ਬਾਹਰੋਂ ਕੋਈ ਵੀ ਹੁਣ ਦੂਸਰਾ ਬੰਦਾ ਇਸ ਘਰ 'ਚ ਨਾ ਆਵੇ। ਦੇਖੋ ਪਿੰਡ ਦੇ ਲੋਕਾਂ ਨੇ ਕੀ ਕੀਤਾ ਕਿ ਅੰਦਰੋਂ ਜਿਹੜਾ ਮੇਨ ਗੇਟ ਦਰਵਾਜ਼ਾ ਸੀਗਾ ਬੰਦ ਕਰ ਦਿੱਤਾ, ਅਤੇ ਜਿਹੜੇ ਮਹਾਂਪੁਰਖ ਸੀਗੇ ਉਸ ਮਾਈ ਦਾ ਘਰ ਵਾਲਾ ਜੀ ਜਿਹੜਾ ਮਰਿਆ ਪਿਆ ਸੀ ਉਹਦੇ ਸਰੀਰ ਦੇ ਕੋਲ ਬੈਠ ਗਏ। ਜਦ ਸਰੀਰ ਦੇ ਕੋਲ ਬੈਠ ਗਏ ਤਾਂ ਉਹਨਾਂ ਮਹਾਂਪੁਰਖਾਂ ਨੇ ਬਹੁਤ ਹੀ ਅੰਤਰ ਧਿਆਨ ਹੋ ਕੇ ਕਿਸੇ ਬਹੁਤ ਹੀ ਗਹਿਰੇ ਪ੍ਰੇਮ ਦੇ ਵਿੱਚ ਜਦ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਉਚਾਰਨ ਕੀਤਾ, ਅਤੇ ਇਸ ਬਾਣੀ ਦੇ ਉਚਾਰਨ ਨੇ ਜਿਵੇਂ ਸਾਰੇ ਪਾਸੇ ਸ਼ਾਂਤੀ ਵਰਤਾ ਦਿੱਤੀ ਹੋਵੇ। ਅਤੇ ਮਹਾਂਪੁਰਖਾਂ ਨੇ ਬਚਨ ਬੋਲਿਆ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਮੂਲ ਮੰਤਰ ਦਾ ਸੰਪੂਰਨ ਪਾਠ ਕਰਕੇ ਫਿਰ ਪੌੜੀਆਂ ਕਰਕੇ ਅਖੀਰ ਜਪਜੀ ਸਾਹਿਬ ਦੀ ਜਦ ਸਮਾਪਤੀ ਹੋਈ ਕਿ ਜਿਨੇ ਨਾਮ ਧਿਆਇਆ ਗਏ ਮਸ਼ੱਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਦ ਪੂਰਨ ਜਪਜੀ ਸਾਹਿਬ ਦਾ ਪਾਠ ਸੰਪੂਰਨ ਕੀਤਾ, ਸੰਪੂਰਨ ਕਰਨ ਤੋਂ ਬਾਅਦ ਮਹਾਂਪੁਰਖ ਜਿਹੜੇ ਸੀ ਇਸੇ ਹੀ ਰੱਬੀ ਰੰਗ ਦੇ ਵਿੱਚ ਆਪਣੇ ਆਸਣ ਤੋਂ ਉੱਠਦੇ ਸਾਰੇ ਨਗਰ ਨੇ ਕੀ ਦੇਖਿਆ ਕਿ ਉਹਨਾਂ ਮਹਾਂਪੁਰਖਾਂ ਨੇ ਆਪਣੀ ਚਿਹਰੇ ਦੇ ਉੱਤੇ ਦਾੜ੍ਹੀ ਦੇ ਉੱਤੇ ਇਸ ਤਰ੍ਹਾਂ ਦੋਨੋਂ ਹੱਥ ਫੇਰ ਕੇ ਜਦੋਂ ਜਿਹੜਾ ਸੀਗਾ ਉਹ ਮਾਈ ਦੇ ਘਰ ਵਾਲਾ ਜਿਹਦਾ ਸ਼ਬ ਪਿਆ ਸੀ ਸਾਹਮਣੇ, ਜਿਉਂ ਹੀ ਉਹਦੇ ਮੂੰਹ ਤੋਂ ਕੱਪੜਾ ਉਤਾਰਿਆ ਅਤੇ ਕੱਪੜਾ ਉਤਾਰ ਦੇ ਨਾਲ ਹੀ ਮਹਾਂਪੁਰਖ ਰਸਨਾ ਵਿੱਚੋਂ ਬੋਲੇ, ਕਹਿੰਦੇ ਭਾਈ ਉੱਠ ਕੇ ਆਪਣੇ ਜਿਹੜੇ ਘਰ ਦੀਆਂ ਸਾਰੇ ਜ਼ਿੰਮੇਵਾਰੀਆਂ ਇਹਨਾਂ ਨੂੰ ਦੁਬਾਰਾ ਸੰਭਾਲ। ਦੇਖੋ ਜਿਉਂ ਹੀ ਮਹਾਂਪੁਰਖਾਂ ਨੇ ਇਹ ਵਚਨ ਕੀਤਾ ਉਹ ਸਾਰੇ ਪਿੰਡ ਦੇ ਹੈਰਾਨ ਹੋ ਗਏ। ਉਹ ਬੰਦਾ ਜਿਹੜਾ ਰਾਤ ਦਾ ਪੂਰਾ ਮਰਿਆ ਪਿਆ ਸੀਗਾ ਉਹ ਉਸੇ ਟਾਈਮ ਜਿਹੜਾ ਉੱਠ ਕੇ ਬੈਠ ਗਿਆ। ਜਦ ਇਹ ਜਿਹੜਾ ਚਮਤਕਾਰ ਸੀ ਸਾਰੇ ਨਗਰ ਨੇ ਦੇਖਿਆ, ਪੂਰਾ ਪਿੰਡ ਜਿਹੜਾ ਸੀ ਹੱਕਾ ਬੱਕਾ ਰਹਿ ਗਿਆ। ਸਭ ਹੈਰਾਨ ਹੋਏ ਕਿ ਅਸੀਂ ਇਤਿਹਾਸ ਦੇ ਵਿੱਚ ਮਹਾਂਪੁਰਖਾਂ ਤੋਂ ਸੁਣਦੇ ਹੁੰਦੇ ਸੀਗੇ ਕਿ ਕਿਵੇਂ ਬਾਬਾ ਟੱਲ ਜੀ ਨੇ ਆਪਣੇ ਮਿੱਤਰ ਮੋਹਣੀ ਨੂੰ ਜਿੰਦਾ ਕੀਤਾ ਸੀ ਤਾਂ ਬਾਬਾ ਗੁਰਦਿੱਤਾ ਜੀ ਨੇ ਮਰੀ ਹੋਈ ਗਾਂ ਜੀ ਦੀ ਕਰ ਦਿੱਤੀ। ਅੱਜ ਇਹਨਾਂ ਮਹਾਤਮਾ ਨੇ ਉਹੀ ਇਤਿਹਾਸ ਜਿਹੜਾ ਹੈਗਾ ਉਹ ਦੁਬਾਰਾ ਦੁਹਰਾ ਦਿੱਤਾ। ਕਿਵੇਂ ਇੱਕ ਰਾਤ ਦਾ ਮਰਿਆ ਹੋਇਆ ਇਨਸਾਨ ਮਹਾਂਪੁਰਖਾਂ ਨੇ ਧੰਨ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਉਸ ਨੂੰ ਦੁਬਾਰਾ ਜੀਵਨ ਦੇ ਦਿੱਤਾ ਹੈਗਾ। ਜਦ ਮਹਾਂਪੁਰਖਾਂ ਦੀ ਉਹਦੇ ਘਰ ਦੇ ਵਿੱਚ ਮਾਈ ਦੀ ਜੈ ਜੈਕਾਰ ਹੋਈ ਸੀ, ਪਰ ਉਹ ਮਹਾਤਮਾ ਨੇ ਬਿਨਾਂ ਕੁਛ ਖਾਣ ਪੀਣ ਤੋਂ ਜਦ ਉਹ ਘਰ 'ਚੋਂ ਬਾਹਰ ਨਿਕਲੇ ਤਾਂ ਮਾਈ ਨੂੰ ਕਹਿਣ ਲੱਗੇ, ਲੈ ਮਾਈ ਤੇਰਾ ਕੰਮ ਹੋ ਗਿਆ, ਹੁਣ ਅਸੀਂ ਚੱਲਦੇ ਹਾਂ। ਪਰ ਉਹ ਮਾਈ ਨੇ ਬੜਾ ਜ਼ੋਰ ਲਾਇਆ ਕਿ ਮਹਾਂਪੁਰਖੋ ਤੁਸੀਂ ਕੁਛ ਟਾਈਮ ਰੁਕੋ। ਪਰ ਸਾਧੂ ਕਹਿਣ ਲੱਗੇ, ਅਸੀਂ ਰੁਕਣ ਲਈ ਨਹੀਂ ਆਏ ਸੀ, ਅਸੀਂ ਤਾਂ ਤੇਰੇ ਪ੍ਰੇਮ ਭਾਵਨਾ ਅਤੇ ਸਿਦਕ ਨੂੰ ਦੇਖਦੇ ਹੋਏ ਤੇਰੇ ਘਰ ਪਹੁੰਚੇ ਸੀਗੇ। ਇਹ ਸਾਰਾ ਕਮਾਲ ਸਾਡਾ ਨਹੀਂ, ਇਹ ਸਾਰਾ ਕਮਾਲ ਤੇਰੇ ਸਿਦਕ ਦਾ ਹੈਗਾ। ਜਦ ਮਹਾਂਪੁਰਖਾਂ ਨੇ ਇਸ ਤਰ੍ਹਾਂ ਉਸ ਮਾਈ ਨੂੰ ਉਪਦੇਸ਼ ਦਿੱਤਾ ਸੀਗਾ, ਉਸ ਤੋਂ ਬਾਅਦ ਦੱਸਦੇ ਉਹ ਜਿਹੜੇ ਮਹਾਤਮਾ ਸੀਗੇ ਵਾਪਸ ਆਪਣੇ ਆਸ਼ਰਮ ਦੇ ਵਿੱਚ ਆ ਗਏ। ਜਦ ਵਾਪਸ ਆਸ਼ਰਮ 'ਤੇ ਹੋ ਗਏ ਅਤੇ ਇਹ ਜਿਹੜੀ ਗੱਲ ਸੀ ਆਲੇ ਦੁਆਲੇ ਪਿੰਡਾਂ ਦੇ ਵਿੱਚ ਅੱਗ ਦੀ ਤਰ੍ਹਾਂ ਫੈਲੀ। ਜਦ ਫੈਲੀ ਤਾਂ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਸੀਗੀਆਂ ਉਹਨਾਂ ਦੇ ਮਨ 'ਚ ਉਤਸ਼ਾਹ ਹੋਇਆ ਕਿ ਅਸੀਂ ਇਸ ਦਿਨ ਚੜ੍ਹਦੇ ਸਾਰੀ ਮਹਾਂਪੁਰਖਾਂ ਦੇ ਦਰਸ਼ਨ ਕਰਨੇ ਆ। ਇਹੋ ਜਿਹੇ ਮਹਾਤਮਾ ਅਸੀਂ ਪਹਿਲੀ ਵਾਰ ਦੇਖਿਆ ਕਿ ਜਿਹੜੇ ਮੁਰਦਿਆਂ ਨੂੰ ਜਿੰਦਾ ਕਰ ਦਿੰਦੇ ਆ। ਪਰ ਜਿਉਂ ਹੀ ਨਗਰ ਵਾਲੇ ਸਵੇਰੇ ਇਸ਼ਨਾਨ ਕਰਕੇ ਜਦ ਉਸ ਆਸ਼ਰਮ ਵੱਲ ਭੱਜੇ ਸੀ ਅਤੇ ਜਦ ਕੀ ਦੇਖਿਆ ਉਹ ਆਸ਼ਰਮ ਜਿਹੜਾ ਸੀ ਪੂਰੀ ਤਰ੍ਹਾਂ ਖਾਲੀ ਸੀਗਾ ਅਤੇ ਉਸ ਆਸ਼ਰਮ ਵਿੱਚ ਕੋਈ ਨਹੀਂ ਸੀ, ਕਿਉਂਕਿ ਮਹਾਂਪੁਰਖ ਜਿਹੜੇ ਸੀ ਰਾਤੋਂ ਰਾਤ ਉਹ ਆਪਣਾ ਆਸ਼ਰਮ ਛੱਡ ਕੇ ਦੂਰ ਚਲੇ ਗਏ ਸੀ। ਪਰ ਦੱਸਦੇ ਆ ਪ੍ਰੇਮੀ ਉੱਥੇ ਦੇ ਕਿ ਅਸੀਂ ਕਈ ਸਾਲ ਉਹਨਾਂ ਮਹਾਤਮਾ ਨੂੰ ਥਾਂ ਤੇ ਲੱਭਦੇ ਰਹੇ, ਪਰ ਉਹਨਾਂ ਮਹਾਤਮਾ ਦਾ ਸਾਨੂੰ ਉਸ ਤੋਂ ਬਾਅਦ ਕੋਈ ਅਤਾ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਚਲੇ ਗਏ ਆ। ਸੋ ਕਹਿਣ ਤੋਂ ਭਾਵ ਇਹ ਆ ਕਿ ਇਹੋ ਜਿਹੜੇ ਮਹਾਤਮਾ ਹੁੰਦੇ ਆ ਜਿਨ੍ਹਾਂ ਦੇ ਅੰਦਰ ਰੱਬੀ ਪਿਆਰ ਅਤੇ ਰੱਬੀ ਤਾਕਤ ਅਤੇ ਰੱਬੀ ਸ਼ਕਤੀ ਦੇ ਐਸੇ ਅਥਾਹ ਸਮੁੰਦਰ ਹੁੰਦੇ ਆ, ਲੇਕਿਨ ਇਹੋ ਜਿਹੇ ਮਹਾਤਮਾ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਇਹ ਜਿਹੜੀਆਂ ਤਾਕਤਾਂ ਹੈਗੀਆਂ
ਜਿਨ੍ਹਾਂ ਨੂੰ ਉਹ ਲੁਕੋ ਕੇ ਰੱਖਦੇ ਆ। ਅਗਰ ਇਹ ਜਿਹੀਆਂ ਤਾਕਤਾਂ ਅਸੀਂ ਸੰਸਾਰ ਦੇ ਸਾਹਮਣੇ ਪ੍ਰਤੱਖ ਕਰਦੇ ਹੀ ਤੇ ਪੂਰੇ ਸੰਸਾਰ ਦੇ ਜਿਹੜੇ ਮੁਰਦੇ ਆ, ਮਰਨ ਵਾਲੇ ਲੋਕੀਓ ਆਪਣੇ ਘਰਾਂ ਦੀਆਂ ਲਾਸ਼ਾਂ ਲਿਆ ਕੇ ਸਾਡੇ ਆਸ਼ਰਮ ਦੇ ਵਿੱਚ ਰੱਖਣਗੇ ਤੇ ਆਪਣੇ ਘਰ ਦੇ ਜੀਂਦੇ ਕਰਾਉਣਗੇ। ਇਸੇ ਕਰਕੇ ਜਿਹੜੇ ਮਹਾਂਪੁਰਖ ਸੀਗੇ, ਇਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਕਿ ਭਾਈ ਇਹੋ ਜਿਹੀਆਂ ਜਿਹੜੀਆਂ ਤਾਕਤਾਂ ਹੈਗੀਆਂ ਬਾਅਦ 'ਚ ਸਾਡੇ ਗੁਰੂ ਘਰਾਂ ਦੇ ਜਿਹੜੇ ਗੁਰਸਿੱਖ ਵਾ ਉਹਨਾਂ ਨੂੰ ਪਰੇਸ਼ਾਨ ਕਰਨਗੀਆਂ, ਕਿਉਂਕਿ ਜਿਹੜੇ ਅਮੀਰ ਵਜ਼ੀਰ ਮਰਨਗੇ ਉਹਨਾਂ ਨੂੰ ਫਿਰ ਜਿੰਦਾ ਕਰਨ ਵਾਸਤੇ ਜਿਹੜਾ ਜ਼ੋਰ ਪਊਗਾ ਸਾਡੇ ਗੁਰਸਿੱਖਾਂ ਦੇ ਉੱਤੇ, ਉਹ ਫਿਰ ਜ਼ੋਰ ਜਿਹੜਾ ਹੈਗਾ ਉਹ ਸਮਾਂ ਪਾ ਕੇ ਘਾਤਕ ਹੋਊਗਾ। ਇਸੇ ਕਰਕੇ ਉਹ ਜਿਹੜੇ ਮਹਾਤਮਾ ਸੀ ਰਾਤੋਂ ਰਾਤ ਆਸ਼ਰਮ ਛੱਡ ਕੇ ਜਿਹੜੇ ਸੀਗੇ ਉੱਥੋਂ ਚਲੇ ਗਏ। ਪਰ ਜਿਨ੍ਹਾਂ ਨੇ ਇਹ ਘਟਨਾ ਜਿਹੜੀ ਆ ਉਹ ਆਪਣੇ ਅੱਖੀਂ ਦੇਖੀ ਆ, ਉਹ ਗੁਰਸਿੱਖ ਦੱਸਦੇ ਆ ਕਿ ਇਹੋ ਜਿਹੇ ਜਿਹੜੇ ਸਾਧੂ ਸੀਗੇ ਕੇਵਲ ਤੇ ਕੇਵਲ ਅਸੀਂ ਦਰਸ਼ਨ ਕੀਤੇ ਸੀਗੇ ਅਤੇ ਅਸੀਂ ਉਹ ਇਨਸਾਨ ਨੂੰ ਜਿੰਦਾ ਹੋਇਆ ਅੱਖੀਂ ਦੇਖਿਆ, ਪਰ ਕਹਿੰਦੇ ਵੀ ਸਾਨੂੰ ਉਹਨਾਂ ਮਹਾਤਮਾ ਦੀ ਉਗ ਸੁਗ ਨਹੀਂ ਰਹੀ। ਸੋ ਜਿਨ੍ਹਾਂ ਨੇ ਇਹ ਅੱਖੀਂ ਜਿਹੜੇ ਦ੍ਰਿਸ਼ ਦੇਖੇ ਉਹ ਅੱਜ ਵੀ ਸੰਸਾਰ ਦੇ ਵਿੱਚ ਜਿਉਂਦੇ ਤਿਉਂ ਮੌਜੂਦ ਹੈਗੇ ਆ। ਸੋ ਦਾਸ ਇੰਨੇ ਹੀ ਬਚਨ ਆਪ ਜੀ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕੋ ਆ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।